एक ओंकार श्री वाहिगुरु जी की फतेह। पातशाही दसवीं कवियो बाच बेनती चौपई। हमरी करो हाथ दे रक्षा, पूर्ण होए चित की इच्छा। तब चरणन मन रहे हमारा, अपना जान करो प्रतिपारा। हे अकाल पुरख, आप हाथ दे के मेरी ਰੱਖਿਆ ਕਰੋ ਜੀ। ਮੇਰੇ ਮਨ ਦੀ ਇਹ ਸਦਰ ਇੱਛਾ ਆਪ ਜੀ ਦੀ ਕਿਰਪਾ ਦੁਆਰਾ ਹੀ ਪੂਰੀ ਹੋਵੇ ਕਿ ਮੇਰਾ ਮਨ ਹਮੇਸ਼ਾ ਆਪ ਦੇ ਚਰਨਾਂ ਵਿੱਚ ਜੁੜਿਆ ਰਹੇ। ਮੈਨੂੰ ਆਪ ਆਪਣਾ ਦਾਸ ਸਮਝ ਕੇ ਮੇਰੀ ਹਰ ਤਰ੍ਹਾਂ ਨਾਲ ਪ੍ਰਤਿਪਾਲਨਾ ਕਰੋ ਜੀ। हमरे दुष्ट सबे तुम खावो, आप हाथ दे मोहे बचावो। सुखी बसे मोरो परवारा, सेवक सिख सबे करतारा। हे ਵਾਹਿਗੁਰੂ, ਆਪਣੀ ਸ਼ਕਤੀ ਦੁਆਰਾ ਮੇਰੇ ਸਾਰੇ ਦੁਸ਼ਮਣਾਂ ਅਤੇ ਮਨੁੱਖਤਾ ਦੇ ਦੋਸ਼ੀ ਮਾਰ ਮੁਕਾਓ ਅਤੇ ਆਪਣਾ ਹੱਥ ਦੇ ਕੇ ਮੈਨੂੰ ਇਹਨਾਂ ਦੁਸ਼ਟਾਂ ਤੋਂ ਬਚਾ ਲਵੋ। ਮੇਰਾ ਪਰਿਵਾਰ ਸੁਖੀ ਵਸੇ। हे ਕਰਤਾਰ, ਇਹ ਮੇਰਾ ਸਿੱਖ ਪਰਿਵਾਰ ਸਾਰੇ ਹੀ ਤੇਰੇ ਸੇਵਕ ਹਨ। मोर शानिज कर दे करिए, सब रन को आज संघरिए। पूर्ण होए हमारी आशा, तोर भजन की रहे प्यासा। ਤੁਸੀਂ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਜੀ। ਜੇ ਤੁਸੀਂ ਮੇਰੇ ਤੋਂ ਖੁਸ਼ ਹੋ ਤਾਂ ਮੇਰੇ ਸਾਰੇ ਵੈਰੀਆਂ ਮਨੁੱਖਤਾ ਦੇ ਦੋਸ਼ੀਆਂ ਨੂੰ ਤਤਕਾਲ ਨਸ਼ਟ ਕਰ ਦਿਓ। ਆਪ ਜੀ ਦੀ ਬਖਸ਼ਿਸ਼ ਦੁਆਰਾ ਮੇਰੀ ਇਹ ਆਸ ਹੈ ਕਿ ਮੈਨੂੰ ਹਰਦਮ ਆਪ ਦੇ ਸਿਮਰਨ ਦੀ ਪਿਆਸ ਤਾਂਗ ਲੱਗੀ ਰਹੇ ਤੇ ਉਹ ਜਲਦੀ ਪੂਰੀ ਹੋਵੇ। तुम्हें छाड़ कोई अब न त्याऊं, जो बार चाहूं सो तुम ते पाऊं। सेवक सिख हमारे तारिये, चुन चुन सतर हमारे मारिये। ਦਸਮ ਪਿਤਾ ਜੀ ਫਰਮਾ ਰਹੇ ਨੇ ਕਿ हे ਪ੍ਰਮਾਤਮਾ, ਮੇਰੇ ਤੇ ਇਹ ਮਿਹਰ ਕਰੋ ਕਿ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਧਰ ਸਕਾਂ। ਜੋ ਵੀ ਆਸ਼ੀਰਵਾਦ ਚਾਹਾਂ ਉਹ ਕੇਵਲ ਆਪ ਤੋਂ ਹੀ ਪ੍ਰਾਪਤ ਹੋਵੇ। ਮੇਰੇ ਸੇਵਕ ਜੋ ਕਿ ਆਪ ਦੇ ਵੀ ਸੇਵਕ ਹਨ, ਇਹਨਾਂ ਨੂੰ ਕਿਰਪਾ ਕਰਕੇ ਸੰਸਾਰ ਸਾਗਰ ਤੋਂ ਤਾਰ ਲਵੋ ਜੀ। ਮੇਰੇ ਸਾਰੇ ਦੁਸ਼ਮਣ ਮਨੁੱਖਤਾ ਦੇ ਦੋਸ਼ੀ ਮਾਰ ਮੁਕਾਓ ਜੀ। आप हाथ दे मुझे अवरिये, मरण काल का त्रासन वरिये। हूँ जो सदा हमारे पच्छा, श्री अस तुझो करियो रक्षा। हे ਮਹਾਕਾਲ ਜੀਓ, ਤੁਸੀਂ ਆਪਣੀ ਕਿਰਪਾ ਦੁਆਰਾ ਆਪਣਾ ਹੱਥ ਦੇ ਕੇ ਮੈਨੂੰ ਭਵ ਸਾਗਰ ਤੋਂ ਬਚਾ ਲਵੋ ਜੀ ਅਤੇ ਮੇਰੇ ਮਨ ਵਿੱਚੋਂ ਮਰਨ ਸਮੇਂ ਦਾ ਕਸ਼ਟ ਤੇ ਭੈ ਦੂਰ ਕਰ ਦਿਓ। हे ਮਹਾਕਾਲ ਜੀਓ, ਸਦਾ ਕੇਰੀ ਪੱਖੀ ਮਦਦਕਾਰ ਬਣੋ ਜੀ, ਅਰਥਾਤ ਮੇਰੀ ਹਰ ਸਮੇਂ ਮਦਦ ਕਰੋ ਅਤੇ ਹਰ ਔਕੜ ਸਮੇਂ ਮੇਰੀ ਰੱਖਿਆ ਕਰੋ ਜੀ। राख लिहो मोहे राखन हारे, साहिब संत सहाय प्यारे। दीन बंधु स्तन के हंता, तुम हो पुरी चतर दस कंता। ਦਸਮ ਪਿਤਾ ਜੀ ਕਹਿ ਰਹੇ ਨੇ, हे ਸੰਤਾਂ ਦੀ ਸਹਾਇਤਾ ਕਰਨ ਵਾਲੇ ਪਿਆਰੇ ਸੁਆਮੀ ਜੀਓ, ਮੇਰੇ ਹਰ ਸਮੇਂ ਰੱਖਿਆ ਕਰੋ ਜੀ। ਤੁਸੀਂ ਦੀਨ ਦੁਨੀਆ ਦੇ ਮਿੱਤਰ ਹੋ ਅਤੇ ਮਨੁੱਖਤਾ ਦੇ ਦੋਸ਼ੀਆਂ ਦਾ ਨਾਸ਼ ਕਰਨ ਵਾਲੇ ਹੋ। ਤੁਸੀਂ ਹੀ 14 ਪੁਰੀਆਂ, 7 ਆਕਾਸ਼ ਅਤੇ 7 ਪਤਾਲ ਦੇ ਮਾਲਕ ਹੋ ਜੀ। काल पाए ब्रह्मा बप धरा, काल पाए शिवजू अवतरा। काल पाए कर विशन प्रकाशा, सकल काल का किया तमाशा। ਕਾਲ ਅਰਥਾਤ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਹੀ ਬ੍ਰਹਮਾ ਨੇ ਸਰੀਰ ਧਾਰਿਆ ਹੈ। ਪਰਮਾਤਮਾ ਦੇ ਹੁਕਮ ਨਾਲ ਹੀ ਵਿਸ਼ਨੂੰ ਦਾ ਪ੍ਰਕਾਸ਼ ਹੋਇਆ ਹੈ। ਇਹ ਸਾਰਾ ਤਮਾਸ਼ਾ ਅਕਾਲ ਪੁਰਖ ਦਾ ਹੀ ਰਚਿਆ ਹੋਇਆ ਹੈ। जवन काल जोगी शिव कियो, वेद राज ब्रह्मा जो थियो। जवन काल सब लोक सवारा, नमस्कार है ताहे हमारा। ਜਿਸ ਅਕਾਲ ਪੁਰਖ ਨੇ ਸ਼ਿਵ ਜੀ ਵਰਗੇ ਯੋਗੀ ਦੀ ਰਚਨਾ ਕੀਤੀ, ਵੇਦਾਚਾਰੀਆ ਬ੍ਰਹਮਾ ਜਿਸ ਦੇ ਹੁਕਮ ਵਿੱਚ ਪੈਦਾ ਹੋਇਆ, ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਨੂੰ ਸਾਜਿਆ ਤੇ ਸਵਾਰਿਆ ਹੈ, ਉਸ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ ਜੀ। जवन काल सब जगत बनायो, देव दैत जशन उपजायो। आद अंत एक अवतारा, सोई गुरु समझियो हमारा। ਜਿਸ ਅਕਾਲ ਪੁਰਖ ਨੇ ਸਾਰਾ ਜਗਤ ਰਚਿਆ ਹੈ, ਸ੍ਰਿਸ਼ਟੀ ਵਿੱਚ ਦੇਵਤੇ, ਰਾਖਸ਼ ਆਦਿਕ ਪੈਦਾ ਕੀਤੇ ਹਨ, ਜਿਹੜਾ ਵਾਹਿਗੁਰੂ ਸ੍ਰਿਸ਼ਟੀ ਰਚਨਾ ਦੇ ਆਰੰਭ ਤੋਂ ਲੈ ਕੇ ਅੰਤ ਪਰਲੋ ਤੱਕ ਇੱਕੋ ਇੱਕ ਆਪ ਹੀ ਪੂਜਨਿਕ ਹਸਤੀ ਹੈ, ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ। नमस्कार तिस ही को हमारी, सकल प्रजा जिन आप सवारी। सिबकन को सिब गुण सुख दियो, सतरन को पल मोह वध कियो।
ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਚਰਨਾਂ ਵਿੱਚ ਸ਼ਿੰਗਾਰ ਕੇ ਸਹਿਜ ਸਵਾਦ ਬਖਸ਼ਿਆ ਹੈ, ਜਿਸ ਵਾਹਿਗੁਰੂ ਨੇ ਆਪਣੇ ਸੇਵਕਾਂ ਨੂੰ ਹਮੇਸ਼ਾ ਸੁਖ ਅਤੇ ਦੈਣੀ ਗੁਣ ਪ੍ਰਦਾਨ ਕੀਤੇ ਹਨ ਅਤੇ ਆਪਣੇ ਅੰਮ੍ਰਿਤ ਬਲ ਦੁਆਰਾ ਆਪਣੇ ਸੇਵਕਾਂ ਤੇ ਸ਼ਤਰੂਆਂ ਦਾ ਪਲ ਭਰ ਵਿੱਚ ਨਾਸ਼ ਕਰਦਾ ਆਇਆ ਹੈ, ਕੇਵਲ ਉਸੇ ਨੂੰ ਹੀ ਮੇਰੀ ਸਦਾ ਨਮਸਕਾਰ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਂਟੀ ਤੇ ਕੂਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਅੰਤਰਜਾਮੀ ਵਾਹਿਗੁਰੂ ਹਰੇਕ ਜੀਵ ਦੇ ਦਿਲ ਦੀ ਹਾਲਤ ਜਾਣਦਾ ਹੈ, ਕੀ ਚੰਗੇ ਅਤੇ ਕੀ ਮੰਦੇ ਸਭ ਦੇ ਦਿਲਾਂ ਦੀ ਪੀੜਾ ਦਾ ਅਨੁਭਵ ਕਰਦਾ ਹੈ। ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਆਕਾਰ ਵਾਲੇ ਹਾਥੀ ਤੱਕ ਸਭ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਖੁਸ਼ ਹੁੰਦਾ ਹੈ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਵਾਹਿਗੁਰੂ ਭਾਵੇਂ ਨਿਰਲੇਪ ਹੈ, ਇਸ ਦੇ ਬਾਵਜੂਦ ਆਪਣੇ ਸੰਤਾਂ ਭਗਤਾਂ ਦੇ ਦੁਖੀ ਕੀਤੇ ਜਾਣ ਦੇ ਦੁੱਖ ਮਹਿਸੂਸ ਕਰਦਾ ਹੈ ਅਤੇ ਸਤਪੁਰਸ਼ਾਂ ਨੂੰ ਸੁਖ ਮਿਲਣ ਤੇ ਉਹ ਸੁਖ ਵੀ ਪ੍ਰਤੀਤ ਕਰਦਾ ਹੈ। ਇਕੱਲੇ ਇਕੱਲੇ ਵਿਅਕਤੀ ਦੀ ਪੀੜਾ ਨੂੰ ਅਨੁਭਵ ਕਰਦਾ ਹੈ ਅਤੇ ਹਰੇਕ ਮਨੁੱਖ ਦੇ ਡੂੰਘਾਈਆਂ ਤੇ ਸੰਕਲਪਾਂ ਤੋਂ ਜਾਣੂ ਹੈ। ਜਬ ਉਦ ਕਰਖ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰ ਤੋ ਕਬ ਹੂੰ, ਤੁਮ ਮੈਂ ਮਿਤ ਦੇ ਧਰ ਸਭ ਹੂੰ। ਹੇ ਕਰਤਾਰ, ਜਦੋਂ ਆਪ ਜੀ ਆਪਣੀ ਉਤਕਰਖਣ ਭਾਵ ਦਇਆ ਦ੍ਰਿਸ਼ਟੀ ਪ੍ਰਸਾਰ ਕਰਨ ਵਾਲੀ ਸ਼ਕਤੀ ਦਾ ਪ੍ਰਯੋਗ ਕਰਦੇ ਹੋ ਤਾਂ ਅਣਗਿਣਤ ਖਲਕਤ ਭਾਵ ਅਣਗਿਣਤ ਜੀਵ ਜੰਤੂ ਸਰੀਰ ਧਾਰਨ ਕਰ ਲੈਂਦੇ ਹਨ, ਪਰ ਜਦੋਂ ਆਪ ਆਪਣੀ ਦਇਆ ਦ੍ਰਿਸ਼ਟੀ ਆਕਰਖਣ ਸਮੇਟਣ ਵਾਲੀ ਸ਼ਕਤੀ ਦੀ ਵਰਤੋਂ ਕਰਦੇ ਹੋ ਤਾਂ ਸਾਰੇ ਦੇਹਧਾਰੀ ਜੀਵ ਜੰਤੂ ਆਪ ਜੀ ਵਿੱਚ ਹੀ ਸਮਾ ਜਾਂਦੇ ਹਨ। जेते बदन सृष्ट सब धारे, आप अपनी बूझ चारे, तुम सब ही ते रहत निरालम, जानत भेद भेद अर आलम। ਦਸਮ ਪਿਤਾ ਜੀ ਕਹਿ ਰਹੇ ਨੇ, ਸ੍ਰਿਸ਼ਟੀ ਜਿੰਨੇ ਸਰੀਰ ਉਤਪੰਨ ਕਰਦੀ ਹੈ ਉਹਨਾਂ ਵਿੱਚੋਂ ਹਰ ਕੋਈ ਆਪੋ ਆਪਣੀ ਸੋਝੀ ਅਨੁਸਾਰ ਹੀ ਆਪ ਜੀ ਦੀਆਂ ਵਡਿਆਈਆਂ ਕਥਨ ਕਰਦਾ ਹੈ। ਆਪ ਜੀ ਸਾਰੇ ਜੀਵਾਂ ਤੋਂ ਨਿਰਲੇਪ ਰਹਿੰਦੇ ਹੋ। ਇਹ ਗੱਲ ਵੇਦ ਭਾਵ ਕੀ ਧਰਮ ਗ੍ਰੰਥ ਰਹੱਸਵਾਦੀ ਅਤੇ ਗਿਆਨਵਾਦ ਪੁਰਖ ਹੀ ਜਾਣਦੇ ਹਨ। निरंकार निर्विकार निलंब, आद अनील अनाद संभ, ताका मूड उचारत भेदा, जाको भेब न पावत वेदा। ਅਕਾਲ ਪੁਰਖ ਵਾਹਿਗੁਰੂ ਕਿਸੇ ਆਕਾਰ ਤੋਂ ਰਹਿਤ ਹੈ, ਕੋਈ ਵਿਕਾਰ ਉਸ ਨੂੰ ਪੋ ਨਹੀਂ ਸਕਦਾ, ਉਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ। ਉਹ ਸਾਰੀ ਪ੍ਰਕਿਰਤੀ ਦਾ ਮੁੱਢ ਮੂਲ ਹੈ। ਉਹ ਰੂਪ ਰੰਗ ਤੋਂ ਰਹਿਤ ਹੈ ਅਤੇ ਜਨਮ ਮਰਨ ਤੋਂ ਵੀ ਰਹਿਤ ਹੈ। ਉਹ ਸਿਰਫ ਪ੍ਰਕਾਸ਼ ਹੈ। ਮੂਰਖ ਮਨੁੱਖ ਉਸ ਅਕਾਲ ਪੁਰਖ ਦਾ ਭੇਦ ਪਾ ਲੈਣ ਦੀ ਛੇਕੀ ਮਾਰਦਾ ਹੈ, ਜਿਸ ਦਾ ਭੇਦ ਵੇਦ ਅਤੇ ਵੇਦਾਚਾਰੀਆ ਵੀ ਨਹੀਂ ਪਾ ਸਕੇ ਹਨ। ताको कर पाहन अनुमानत, महामूढ़ कछ भेद न जानत, महादेव को कहत सदाशिव, निरंकार का चींत न भिव। ਮੂਰਖ ਲੋਕ ਨਿਰਆਕਾਰ ਵਾਹਿਗੁਰੂ ਦਾ ਭੇਦ ਨਹੀਂ ਜਾਣਦੇ। ਮਾਦਾ ਪ੍ਰਸਤ ਮੂਰਖ ਲੋਕ ਪੱਥਰ ਦੀ ਮੂਰਤੀ ਬਣਾ ਕੇ ਉਸ ਨੂੰ ਪਰਮਾਤਮਾ ਖਿਆਲ ਕਰਦੇ ਹਨ। ਮੂਰਖ ਲੋਕ ਮਹਾਦੇਵ ਅਥਵਾ ਸ਼ਿਵਜੀ ਦੇਵਤੇ ਨੂੰ ਹੀ ਸਦਾ ਸਥਿਰ ਰਹਿਣ ਵਾਲਾ ਨਿਰੰਕਾਰ ਆਖਦੇ ਹਨ, परंतु असली निरंकार दी हस्ती का भेद नहीं जानते। आप अपनी बुद्ध है जेती, वर्णत भिन्न भिन्न तोहे तेती, तुमरा लखा न जाए पसारा, के विद सजा प्रथम संसारा। हे प्रभु, हर कोई आपो अपनी बुद्धि जिन्नी को आप जी वालों बख्शिश हुई है अनुसार वख-वख तरीकिਆਂ ਨਾਲ आप जी ਦੇ वख-वख गुणां ਦਾ ਵਰਣਨ ਕਰਦਾ ਹੈ। आप जी ਦਾ ਅਦਭੁਤ ਜਗਤ ਪਸਾਰਾ ਅਲੱਖ ਹੈ। पता नहीं लगता कि आप जी ने किस तरीके नाल पहला पहल संसार सजाया है। एके रूप नूप स्वरूपा, रंग भयो राव कही भूपा, अंडज जेरज सेतज कीनी, उत्पुज खान बहुर रच दीनी। सुंदर रूप स्वरूप वाला बेमिसाल इको एक प्रभु आप ही किते कंगाल बनया बैठा है, किते अमीर किते राजा। उसने अमजज ਭਾਵ ਆਂਡਾ, ਜੀਰਜ ਭਾਵ ਗਰਭ ਅਤੇ ਸੇਤਜ ਭਾਵ ਗੰਦਗੀ ਤੇ ਉਤਪਜ ਭਾਵ ਧਰਤੀ ਤੋਂ ਉੱਗਣ ਵਾਲੀਆਂ ਚੀਜ਼ਾਂ ਖਾਣੀਆਂ ਦੀ ਰਚਨਾ ਕੀਤੀ ਹੈ। ਫਿਰ ਸਾਰੀ ਉਤਪਤੀ ਇਹਨਾਂ ਖਾਣੀਆਂ ਦੁਆਰਾ ਹੀ ਕੀਤੀ ਹੈ। कहूं फूल राजा हवै बैठा, कहूं सिमट भयो शंकर कैठा,
ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜਗਾਦ ਸਰੂਸ਼ ਬੰਭਵ। ਅਕਾਲ ਪੁਰਖ ਕਿਤੇ ਫੁੱਲ ਕੇ ਰਾਜਾ ਬਣਿਆ ਬੈਠਾ ਹੈ, ਕਿਧਰੇ ਸੁੰਗੜ ਕੇ ਇਕੱਠਾ ਹੋ ਕੇ ਸਭ ਕੁਝ ਦਾ ਤਿਆਗ ਕਰਕੇ ਸੰਨਿਆਸੀ ਬਣੀ ਬੈਠਾ ਹੈ। ਸਾਰੀ ਜਗਤ ਰਚਨਾ ਦਾ ਅਦਭੁਤ ਤਮਾਸ਼ਾ ਦਿਖਾ ਰਿਹਾ ਹੈ। ਉਹ ਸੁੱਤੇ ਪ੍ਰਕਾਸ਼ ਸੁੰਦਰ ਸਰੂਪ ਵਾਲਾ ਵਾਹਿਗੁਰੂ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਅਤੇ ਯੁੱਗਾਂ ਦੇ ਮੁੱਢ ਵਿੱਚ ਹੀ ਪ੍ਰਕਾਸ਼ਮਾਨ ਸੀ। ਅਬ ਰਛਾ ਮੇਰੀ ਤੁਮ ਕਰੋ, ਸਿੱਖ ਵਾਰ ਅਸਿੱਖ ਸੰਘਰੋ। ਦੁਸ਼ਟ ਜਿੱਤੇ ਉਠ ਬਤਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। हे ਪ੍ਰਭੂ, ਹੁਣ ਆਪ ਜੀ ਮੇਰੀ ਰੱਖਿਆ ਕਰੋ। ਤੁਹਾਡੀ ਸਿੱਖਿਆ ਅਨੁਸਾਰ ਚੱਲਣ ਵਾਲੇ ਸਿੱਖਾਂ ਸੇਵਕਾਂ ਨੂੰ ਬਚਾ ਲਵੋ ਅਤੇ ਤੁਹਾਡੀ ਸਿੱਖਿਆ ਦੇ ਵਿਰੁੱਧ ਚੱਲਣ ਵਾਲੇ ਵਿਅਕਤੀਆਂ ਦਾ ਨਾਸ਼ ਕਰੋ। ਜਿੰਨੇ ਵੀ ਖੋਟੀ ਮਤ ਵਾਲੇ ਮਨੁੱਖਤਾ ਦੇ ਦੋਸ਼ੀ ਹੁੰਦੇ ਹਨ, ਉਹਨਾਂ ਸਮੂਹ ਰਾਖਸ਼ ਬੁੱਧੀ ਵਾਲੇ ਪਾਪੀਆਂ ਦਾ ਯੁੱਧ ਵਿੱਚ ਵਿਨਾਸ਼ ਕਰੋ ਜੀ। ਜੇ ਅਸ ਤੁਜ ਤਵ ਸ਼ਰਨੀ ਪਰੇ, ਤਿਨਕੇ ਦੁਸ਼ਟ ਦੁਖਤ ਵੈ ਮਰੇ। ਪੁਰਖ ਜਬਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। हे ਖੜਕਧਾਰੀ ਪ੍ਰਭੂ, ਜਿਹੜੇ ਜਿਹੜੇ ਜੀਵ ਤੁਹਾਡੀ ਸ਼ਰਨ ਵਿੱਚ ਆ ਪਏ, ਉਹਨਾਂ ਦੇ ਦੁਖੀ ਆਪ ਹੀ ਦੁਖੀ ਹੋ ਕੇ ਆਪਣੀ ਮੌਤ ਮਰੇ ਹਨ। हे ਅਕਾਲ ਪੁਰਖ, ਜਿਹੜੇ ਵਿਅਕਤੀ ਆਪ ਜੀ ਦੇ ਚਰਨੀ ਢਹਿ ਪਏ, ਆਪ ਜੀ ਨੇ ਉਹਨਾਂ ਦੇ ਸਾਰੇ ਕਸ਼ਟ ਨਿਵਾਰ ਦਿੱਤੇ ਹਨ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰਛਾ ਹੋਏ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤ ਕਾਲਾ। ਜਿਹੜੇ ਜੀਵ ਅਕਾਲ ਪੁਰਖ ਨੂੰ ਇੱਕ ਵਾਰੀ ਵੀ ਇੱਕ ਚਿੱਤ ਹੋ ਕੇ ਧਿਆਨ ਵਿੱਚ ਲਿਆਉਂਦੇ ਹਨ, ਉਹਨਾਂ ਦੇ ਨੇੜੇ ਜਮਦੂਤ ਫੜਕ ਨਹੀਂ ਸਕਦੇ। ਉਹਨਾਂ ਦੀ ਸਰਵ ਕਾਲ ਰੱਖਿਆ ਹੁੰਦੀ ਹੈ ਅਤੇ ਉਹਨਾਂ ਮਗਰੋਂ ਦੁੱਖ ਦੁਸ਼ਮਣ ਆਦਿਕ ਤੁਰੰਤ ਹੀ ਲੱਥ ਜਾਂਦੇ ਹਨ। ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ, ਤਾਂ ਕੇ ਤਾਪ ਤਨਕ ਮੋਹ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁੱਟ ਸਾਸ ਵੈ ਸਕੇ ਨ ਕੋਈ। हे ਪ੍ਰਭੂ, ਜਿਨ੍ਹਾਂ ਜੀਵਾਂ ਦੇ ਸਰੀਰਾਂ ਨੂੰ ਆਪ ਆਪਣੀ ਮਿਹਰ ਨਾਲ ਤੱਕਦੇ ਹੋ, ਉਹਨਾਂ ਦੇ ਸਾਰੇ ਦੁੱਖ ਕਲੇਸ਼ ਖਿੰਨ ਮਾਤਰ ਵਿੱਚ ਦੂਰ ਕਰ ਦਿੰਦੇ ਹੋ। ਉਹਨਾਂ ਦੇ ਸਰੀਰ ਘਰ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਸੁੱਤੇ ਹੀ ਪੈਦਾ ਹੋ ਜਾਂਦੀਆਂ ਹਨ ਅਤੇ ਕੋਈ ਦੋਖੀ ਉਹਨਾਂ ਦੇ ਪਰਛਾਵੇਂ ਤੱਕ ਦੇ ਨੇੜੇ ਨਹੀਂ ਫੜਕ ਸਕਦਾ। ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਾਂਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੋਖ ਤੇ ਰਹਾ। हे ਮਹਾਕਾਲ ਜੀ, ਜਿਨ੍ਹਾਂ ਜੀਵਾਂ ਨੇ ਇੱਕ ਵਾਰ ਆਪ ਜੀ ਦਾ ਇਕਾਗਰ ਮਨ ਹੋ ਕੇ ਚਿੰਤਨ ਕੀਤਾ ਹੈ, ਆਪ ਜੀ ਨੇ ਉਹਨਾਂ ਨੂੰ ਕਾਲ ਦੀ ਫਾਹੀ ਤੋਂ ਬਚਾ ਲਿਆ ਹੈ। ਜਿਨ੍ਹਾਂ ਮਨੁੱਖਾਂ ਨੇ ਤੁਹਾਡਾ ਨਾਮ ਸਿਮਰਿਆ ਹੈ, ਉਹ ਦਲਿੱਦਰ ਤੋਂ ਅਤੇ ਦੋਖੀ ਦੁਸ਼ਮਣ ਤੋਂ ਸਦਾ ਬਚੇ ਰਹੇ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦੇ ਲਿਹੋ ਉਵਾਰੀ। ਸਰਬ ਠੋਰ ਮੋਹ ਹੋ ਸਹਾਈ, ਦੁੱਟ ਦੋਖ ਤੇ ਲਿਹੋ ਬਚਾਈ। हे ਕਿਰਪਾਨ ਦੇ ਚਿੰਨ੍ਹ ਵਾਲੇ ਝੰਡੇ ਦੇ ਮਾਲਕ, ਮੈਂ ਆਪ ਜੀ ਦੀ ਸ਼ਰਨੀ ਆਣ ਟੱਠਾ ਹਾਂ। ਮੈਨੂੰ ਆਪਣਾ ਹੱਥ ਦੇ ਕੇ ਬਚਾ ਲਵੋ। ਹਰੇਕ ਸਥਾਨ ਤੇ ਮੇਰੀ ਸਹਾਇਤਾ ਕਰੋ ਅਤੇ ਦੁਸ਼ਟਾਂ ਤੇ ਦੋਖੀਆਂ ਤੋਂ ਮੈਨੂੰ ਬਚਾ ਲਵੋ ਜੀ। ਸਵਈਆ ਪਾਏ ਗਹਿ ਜਬ ਤੇ ਤੁਮਰੇ, ਤਬ ਤੇ ਕਉ ਆਖਤ ਰੇ ਨਹੀਂ ਆਨਿਓ। हे ਮਹਾਕਾਲ ਜੀ, ਜਦੋਂ ਤੋਂ ਮੈਂ ਆਪ ਜੀ ਦੇ ਚਰਨ ਪਕੜੇ ਹਨ, ਤਦ ਤੋਂ हे ਮਹਾਕਾਲ ਜੀ, ਜਦੋਂ ਤੋਂ ਮੈਂ ਆਪ ਜੀ ਦੇ ਚਰਨ ਪਕੜੇ ਹਨ, ਉਦੋਂ ਤੋਂ ਕਿਸੇ ਹੋਰ ਨੂੰ ਅੱਖ ਹੇਠ ਨਹੀਂ ਲਿਆਂਦਾ ਹੈ। ਅਰਥਾਤ ਆਪ ਜੀ ਦੇ ਚਰਨੀ ਲੱਗਿਆਂ ਮੈਂ ਬੇਮੁਹਤਾਜ ਹੋ ਗਿਆ ਹਾਂ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨ ਮਾਨਿਓ। ਰਾਮਚੰਦਰ ਜੀ ਹਿੰਦੂਆਂ ਦੇ ਅਵਤਾਰ ਅਤੇ ਹਜ਼ਰਤ ਮੁਹੰਮਦ ਆਦਿਕ ਮੁਸਲਮਾਨਾਂ ਦੇ ਪੈਗੰਬਰ। ਪੁਰਾਣ ਹਿੰਦੂ ਮਤ ਦੇ ਧਰਮ ਦੇ ਗ੍ਰੰਥ ਅਤੇ ਕੁਰਾਨ ਇਸਲਾਮ ਮਤ ਦਾ ਧਰਮ ਗ੍ਰੰਥ ਆਪੋ ਆਪਣੇ ਅਨੇਕ ਮਤਾਂ ਦਾ ਪ੍ਰਚਾਰ ਕਰਦੇ ਹਨ। ਪਰ हे ਮਹਾਕਾਲ ਜੀ, ਆਪ ਜੀ ਦੀ ਸਤਾਈ ਓਟ ਸਦਕਾ ਮੈਂ ਕਿਸੇ ਮਤ ਨੂੰ ਨਹੀਂ ਅਪਣਾਇਆ। ਸਿਮਰਤ ਸਾਸਤਰ ਵੇਦ ਸਬੈ, ਬਹੁ ਭੇਦ ਕਹੇ ਹਮ ਏਕ ਨ ਜਾਣਿਓ। ਹਿੰਦੂ ਮਤ ਦੇ ਧਰਮ ਗ੍ਰੰਥ ਸਿਮਰਤੀਆਂ ਸ਼ਾਸਤਰ ਅਤੇ ਵੇਦ ਇਹ ਸਾਰੇ ਆਪਣੇ ਮਤ ਦੇ ਪਾਂਤ ਦੇ ਤਰੀਕੇ ਵਰਣਨ ਕਰਦੇ ਹਨ। ਪਰ हे ਮਹਾਕਾਲ, ਆਪ ਜੀ ਦੀ ਓਟ ਲੈਣ ਦਾ ਸਦਕਾ ਮੈਨੂੰ ਕੋਈ ਵੀ ਤਰੀਕਾ ਨਾ ਪਾਇਆ। ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। हे ਸ਼ਸਤਰਧਾਰੀ ਮਹਾਕਾਲ ਜੀ, ਆਪ ਜੀ ਦਾ ਜਸ ਗਾਇਨ ਆਪ ਜੀ ਦੀ ਕਿਰਪਾਲਤਾ ਸਦਕਾ ਹੀ ਸੰਭਵ ਹੋਇਆ ਹੈ। ਆਪ ਜੀ ਦਾ ਜਸ ਮੈਂ ਆਪੂ ਹੀ ਆਖਿਆ,
ਸੱਚਾਈ ਇਹ ਹੈ ਕਿ ਇਹ ਆਪ ਜੀ ਨੇ ਹੀ ਕਥਨ ਕਰਾਇਆ ਹੈ। दोहरा सगल द्वार को छाड़ के गयो तुम्हारो द्वार, बाहें गहे की लाज यस गोविंद दास तुम्हार। ਦਸਮ ਪਿਤਾ ਜੀ ਕਹਿ ਰਹੇ ਨੇ, ਸਾਰੀ ਦੁਨੀਆ ਨੂੰ ਛੱਡ ਕੇ ਮੈਂ ਸਿਰਫ ਆਪ ਜੀ ਦੇ ਦੁਆਰ ਨੂੰ ਹੀ ਪਕੜਿਆ ਹੈ। ਆਪ ਜੀ ਦੀ ਬਾਹ ਨੂੰ ਫੜੇ ਹੋਏ ਇਹ ਨਾਚੀ ਦੀ ਲਾ ਸ਼ਰਮ ਆਪ ਜੀ ਨੂੰ ਹੀ ਹੈ। ਦਸਮ ਪਿਤਾ ਜੀ ਕਹਿ ਰਹੇ ਨੇ, ਸਾਰੀ ਦੁਨੀਆ ਦੇ ਦੁਆਰ ਛੱਡ ਕੇ ਮੈਂ ਸਿਰਫ ਆਪ ਜੀ ਦਾ ਹੀ ਦੁਆਰ ਪਕੜਿਆ ਹੈ। ਆਪ ਜੀ ਦੀ ਬਾਹ ਨੂੰ ਫੜੇ ਹੋਏ ਇਹ ਨਾਚੀ ਦੀ ਲਾ ਸ਼ਰਮ ਆਪ ਜੀ ਨੂੰ ਹੀ ਹੈ, ਕਿਉਂਕਿ ਗੋਬਿੰਦ ਸਿੰਘ ਤੁਹਾਡਾ ਹੀ ਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਰਾ ਪਾਠ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਪੜ੍ਹੀਏ, ਪਰ ਜੇ ਫਿਰ ਵੀ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ ਤੇ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਤਰ੍ਹਾਂ ਦੁਬਾਰਾ ਕੋਈ ਗਲਤੀ ਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।